ਉਸ ਦੇ ਵਿੱਚ ਅਸੀਂ ਅੱਜ 10 ਸ਼ਬਦ ਪੜ੍ਹੇ ਹਨ। ਆਸਾ ਰਾਗ ਦੇ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ 232 ਸ਼ਬਦ ਹਨ। ਆਸਾ ਰਾਗ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਹੈ। ਉਹਦੇ ਵਿੱਚੋਂ ਸਮੇਂ ਦੇ ਹਿਸਾਬ ਨਾਲ ਕਈ ਵਾਰੀ ਸ਼ਬਦ ਕੁਝ ਛੋਟੇ ਹੁੰਦੇ ਨੇ, ਕੁਝ ਵੱਡੇ ਹੁੰਦੇ ਨੇ, ਅਤੇ ਰੋਜ਼ ਆਪਾਂ 10 ਜਾਂ 20 ਸ਼ਬਦ ਪੜ੍ਹਦੇ ਹਾਂ। ਸਤਿਗੁਰੂ ਜੀ ਦੇ ਇਹੋ ਹੀ ਅਸਲ ਦੇ ਵਿੱਚ ਦਰਸ਼ਨ ਹਨ। ਅਤੇ ਜੇ ਆਪਾਂ ਇਸ ਤਰ੍ਹਾਂ ਹੌਲੀ ਹੌਲੀ ਆਨੰਦ ਲੈ ਕੇ ਸਮਝ ਕੇ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਰਹਾਂਗੇ, ਲਗਭਗ ਅੱਜ ਤੱਕ 400 ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਪੜ੍ਹ ਲਿਆ ਹੈ। 400 ਅੰਗ, ਅਤੇ ਜੇ ਲਗਭਗ ਇਹਦੇ ਲਈ 4 ਕੁ ਮਹੀਨੇ ਲੱਗੇ ਹੋਣਗੇ, ਅਤੇ ਬਾਕੀ ਰਹਿ ਗਏ ਨੇ 1000 ਕੁ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ। ਹੋਰ ਉਹਨਾਂ ਨੂੰ ਇਸ ਤਰ੍ਹਾਂ ਹੌਲੀ ਹੌਲੀ ਜੇ ਪੜ੍ਹੀਏ ਰੋਜ਼ ਦੇ 10-20 ਸ਼ਬਦ 15 ਸ਼ਬਦ, ਉਹਦੇ ਵਾਸਤੇ 10 ਕੁ ਮਹੀਨੇ ਹੋਰ ਲੱਗਣਗੇ। ਕਹਿਣ ਦਾ ਭਾਵ ਵੀ ਜੇ ਇਸ ਤਰ੍ਹਾਂ ਸਮਝ ਕੇ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀਏ ਅਤੇ ਲਗਭਗ 1.5 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਹਿਜ ਪਾਠ ਉਹ ਕੀਤਾ ਜਾ ਸਕਦਾ। ਉਹੋ ਹੀ ਸਹਿਜ ਪਾਠ ਜਿਹੜਾ ਲੋਕ ਇੱਕ ਹਫ਼ਤੇ 'ਚ ਵੀ ਕਰ ਦਿੰਦੇ ਨੇ, ਅਤੇ ਜਿਹੜਾ 15 ਦਿਨਾਂ ਵਿੱਚ ਵੀ ਕਰ ਦਿੰਦੇ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ 15 ਦਿਨਾਂ ਵਿੱਚ ਪੂਰਾ ਕਰ ਦਈਦਾ ਨਾ, ਜੇ ਅਸਲ ਆਨੰਦ ਅਤੇ ਸਮਝ ਕੇ ਪੜ੍ਹਨਾ ਹੋਵੇ, ਉਹਦੇ ਵਾਸਤੇ 15 ਮਹੀਨੇ ਲੱਗਦੇ ਨੇ। ਉਹਨਾਂ ਸ਼ਬਦਾਂ ਦੇ, ਅੱਜ ਦੇ ਸ਼ਬਦਾਂ ਦੇ ਵਿੱਚੋਂ ਇੱਕ ਸ਼ਬਦ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ। ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਉਦੋਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਆਸਾ ਘਰ 10ਵਾਂ ਮਹੱਲਾ 5ਵਾਂ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਘਰ 10ਵੇਂ ਦੇ ਵਿੱਚ ਉਚਾਰਨ ਕੀਤਾ ਹੋਇਆ। ਜਿਸਨੂੰ ਤੂੰ ਅਸਥਿਰ ਕਰ ਮਾਨਹਿ ਤੇ ਪਾਹੁਨ ਦੋ ਦਾਹਾ। ਜਿਸ ਨੂੰ ਲਫ਼ਜ਼ ਜਿਸ ਦਾ ਔਂਕੜ ਸੰਬੰਧਕ ਨੋ ਦੇ ਕਾਰਨ ਉੱਡ ਗਿਆ ਹੈ। ਅਸਥਿਰ ਸਥਿਰ ਸਦਾ ਕਾਇਮ ਰਹਿਣ ਵਾਲਾ, ਮਾਨਹਿ ਹੈ ਤੂੰ ਮੰਨਦਾ ਹੈ, ਅਤੇ ਉਹ ਸਾਰੇ ਪਾਹੁਨ ਦਾ ਅਰਥ ਹੁੰਦਾ ਜੀ ਪਰਾਹੁਣੇ, ਅਤੇ ਦਾਹਾ ਦਾ ਅਰਥ ਹੁੰਦਾ ਦਿਨ। ਹੇ ਮਨ, ਜਿਸ ਪੁੱਤਰ ਨੂੰ, ਜਿਸ ਇਸਤਰੀ ਨੂੰ, ਜਿਸ ਕਰੋਗੇ ਸਮਾਨ ਨੂੰ। ਕਰੋਗੇ ਸਮਾਨ ਮਤਲਬ ਘਰ ਦੇ ਸਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈ। ਅਸੀਂ ਇਹੋ ਜਿਹੀਆਂ ਚੀਜ਼ਾਂ ਇਕੱਠੀਆਂ ਕਰਦੇ ਹਾਂ ਜਿਨ੍ਹਾਂ ਬਾਰੇ ਸੋਚ ਹੁੰਦੀ ਵੀ ਇਹ ਲੰਬਾ ਸਮਾਂ ਚੱਲਣ, ਇਹਨਾਂ ਦੀ ਲਾਈਫ ਬਹੁਤ ਲੰਬੀ ਹੋਵੇ। ਜਿਹੜੀ ਵੀ ਚੀਜ਼ ਖਰੀਦਣੀ ਹੋਵੇ ਘਰ ਦੇ ਵਿੱਚ, ਉਹ ਪੱਕੀ ਹੋਵੇ, ਮਜ਼ਬੂਤ ਹੋਵੇ। ਇੱਥੋਂ ਤੱਕ ਵੀ ਇੱਕ ਮਿੱਟੀ ਦਾ ਘੜਾ ਹੀ ਖਰੀਦਣਾ ਹੋਵੇ ਅਤੇ ਤਾਂ ਵੀ ਉਹਨੂੰ ਬੜਾ ਚੈੱਕ ਕਰਕੇ ਖਰੀਦੀਦਾ ਵੀ ਕਿਧਰੇ ਕੱਚਾ ਜਾਂ ਪਿੱਲਾ ਨਾ ਹੋਵੇ, ਵਧੀਆ ਹੋਵੇ, ਤਾਂ ਕਿ ਇਹ ਕੁਝ ਸਾਲ ਚੱਲ ਜਾਵੇ। ਜਿਹੜੀ ਵੀ ਚੀਜ਼ ਖਰੀਦੀਏ ਸਾਡੀ ਕੋਸ਼ਿਸ਼ ਹੁੰਦੀ ਵੀ ਉਹ ਪੱਕੀ ਅਤੇ ਵਧੀਆ ਹੋਵੇ। ਇਸੇ ਤਰ੍ਹਾਂ ਹੀ ਅਸੀਂ ਆਸ ਲਾ ਕੇ ਬੈਠੇ ਹੁੰਦੇ ਹਾਂ ਸਾਡੇ ਪੁੱਤਰ, ਘਰ ਵਾਲੀ, ਘਰ ਦਾ ਸਮਾਨ, ਸਾਰਾ ਕੁਝ, ਜਿਨ੍ਹਾਂ ਨੂੰ ਅਸੀਂ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠੇ ਹਾਂ। ਹੇ ਮਨ, ਜਿਸ ਪੁੱਤਰ ਨੂੰ, ਜਿਸ ਇਸਤਰੀ ਨੂੰ, ਜਿਸ ਘਰੋਗੇ ਸਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈ, ਇਹ ਸਾਰੇ ਤਾਂ 2 ਦਿਨਾਂ ਦੇ ਪ੍ਰਾਹੁਣੇ ਹਨ। ਭਾਵ ਇਹਨਾਂ ਨੇ ਸਦਾ ਤੇਰਾ ਸਾਥ ਨਹੀਂ ਦੇਣਾ। ਜਿੰਨਾ ਚਿਰ ਰੱਬ ਜੀ ਨੇ ਤੈਨੂੰ ਦਿੱਤੇ ਨੇ, ਇਹਨਾਂ ਨਾਲ ਤੂੰ ਮਿਲਦਾ ਗਿਲਦਾ, ਹੱਸਦਾ ਖੇਡਦਾ ਆਪਣੀ ਲਾਈਫ ਸਪੈਂਡ ਕਰ ਰਿਹਾ। ਇਹ ਨਾ ਸੋਚੀ ਵੀ ਇਹ ਸਦਾ ਹੀ ਤੇਰੇ ਨਾਲ ਰਹਿਣਗੇ। ਤੇਰੇ ਪੁੱਤਰ, ਤੇਰੀ ਘਰ ਵਾਲੀ, ਤੇਰਾ ਘਰ ਵਾਲਾ, ਮਾਤਾ ਪਿਤਾ, ਹੋਰ ਜਿੰਨਾ ਵੀ ਸਾਜੋ ਸਮਾਨ ਆ, ਇਹਨਾਂ ਨੇ ਪਤਾ ਨਹੀਂ ਕਦੋਂ ਤੇਰਾ ਸਾਥ ਛੱਡ ਦੇਣਾ।
ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ, ਸਭ ਮਿਥਿਆ ਅਸਨਾਹਾ। ਕਲਤਰ ਦਾ ਅਰਥ ਹੁੰਦਾ ਇਸਤਰੀ, ਸਗਲ ਸਮਗਰੀ ਸਾਰਾ ਸਮਾਨ, ਮਿਥਿਆ ਝੂਠਾ, ਅਸਨਾਹਾ ਦਾ ਅਰਥ ਹੁੰਦਾ ਜੀ ਅਸਨੇਹ ਪਿਆਰ। ਪੁੱਤਰ, ਇਸਤਰੀ, ਘਰ ਦਾ ਸਾਰਾ ਸਮਾਨ, ਇਹਨਾਂ ਨਾਲ ਮੋਹ ਸਾਰਾ ਝੂਠਾ ਹੈ। ਰੇ ਮਨ ਕਿਆ ਕਰਹਿ ਹੈ ਹਾ ਹਾ। ਹੇ ਬੰਦੇ, ਤੂੰ ਕਿਉਂ ਖੇੜ ਖੇੜ ਹੱਸਦਾ ਹੈ ਹਾ ਹਾ। ਪ੍ਰੋਫੈਸਰ ਸਾਹਿਬ ਸਿੰਘ ਜੀ ਇਹਦਾ ਅਰਥ ਲਿਖਦੇ ਨੇ ਆਹਾ ਆਹਾ। ਹੇ ਮੇਰੇ ਮਨ, ਮਾਇਆ ਦਾ ਪਸਾਰਾ ਵੇਖ ਕੇ ਕੀ ਖੁਸ਼ੀਆਂ ਮਨਾ ਰਿਹਾ ਹੈ ਅਤੇ ਕੀ ਆਹਾ ਆਹਾ ਕਰਦਾ ਹੈ। ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂਏਂ ਦੇ ਪਹਾੜ ਵਾਂਗ ਆ। ਇਹ ਸਾਰਾ ਤੇਰਾ ਸਾਜੋ ਸਮਾਨ ਧੂਏਂ ਦੇ ਪਹਾੜ ਵਾਂਗ ਆ। ਆਪਣੀਆਂ ਚੀਜ਼ਾਂ, ਵਸਤੂਆਂ, ਕੋਠੀ, ਮਕਾਨ, ਜ਼ਮੀਨ ਜਾਇਦਾਦ, ਆਵਾਜਾਈ ਦੇ ਸਾਧਨ, ਗੱਡੀਆਂ, ਮੋਟਰਾਂ, ਕਾਰਾਂ ਵੇਖ ਕੇ ਅਸੀਂ ਇਹੋ ਕਹਿੰਦੇ ਆ ਨਾ, ਆਹਾ ਮੇਰੇ ਕੋਲ ਕਿੰਨੀਆਂ ਚੀਜ਼ਾਂ ਵਸਤੂਆਂ ਨੇ, ਮੈਂ ਕਿੰਨਾ ਰਿਚ ਮੈਨ ਆ, ਮੈਂ ਕਿੰਨਾ ਅਮੀਰ ਆ। ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਵਾਹ ਵਾਹ ਆਪਣੇ ਆਪ ਹੀ ਕਹੀ ਜਾਂਦੇ ਹਾਂ, ਆਪਣੇ ਅੰਦਰੋਂ ਹੀ ਸਾਨੂੰ ਕਿੰਨੀ ਖੁਸ਼ੀ ਹੁੰਦੀ ਆ। ਅਤੇ ਸਤਿਗੁਰੂ ਸਮਝਾਉਂਦੇ ਸਭ ਕੁਝ ਧੂਏਂ ਦਾ ਪਹਾੜ ਆ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਆਪਣੀਆਂ ਅੱਖਾਂ ਨਾਲ ਵੇਖ, ਇਹ ਚੀਜ਼ਾਂ ਜਾਦੂ ਦੇ ਸ਼ਹਿਰ ਦੀ ਮਾਨਦ ਹਨ। ਤੂੰ ਇੱਕ ਸਵਾਮੀ ਦੇ ਸਿਮਰਨ ਦਾ ਲਾਭ ਪ੍ਰਾਪਤ ਕਰ। ਦ੍ਰਿਸ਼ਟ ਦਾ ਅਰਥ ਹੁੰਦਾ ਜੀ ਧਿਆਨ ਨਾਲ। ਹਰ ਚੰਦੌਰੀ, ਹਰੀ ਚੰਦਪੁਰੀ, ਹਰੀ ਚੰਦ ਦੀ ਨਗਰੀ, ਗੰਧਰਵ ਨਗਰੀ, ਠੱਗ ਨਗਰੀ, ਧੂਏਂ ਦਾ ਪਹਾੜ। ਲਾਹਾ ਦਾ ਭਾਵ ਹੁੰਦਾ ਲਾਭ, ਰਹਾਓ। ਪਰਮਾਤਮਾ ਦਾ ਭਜਨ ਕਰਿਆ ਕਰ। ਸਿਰਫ ਇਹੀ ਮਨੁੱਖਾ ਜੀਵਨ ਵਿੱਚ ਲਾਭ ਖੱਟਿਆ ਜਾ ਸਕਦਾ। ਸਿਰਫ ਇਹੋ ਹੀ ਮਨੁੱਖਾ ਜੀਵਨ ਦੇ ਨਾਲ ਲਾਭ ਖੱਟਿਆ ਜਾ ਸਕਦਾ। ਐਵੇਂ ਇਹਨਾਂ ਚੀਜ਼ਾਂ ਦੇ ਨਾਲ ਇੰਨਾ ਚੰਬੜਿਆ ਰਿਹਾ ਕਰ। ਇਹਨਾਂ ਚੀਜ਼ਾਂ ਵਸਤੂਆਂ ਦੇ ਨਾਲ ਅਸੀਂ ਇੰਨਾ ਜ਼ਿਆਦਾ ਮੋਹ ਪਾ ਕੇ ਬਹਿ ਗਏ ਹਾਂ ਵੀ ਜਰਾ ਜਿੰਨਾ ਕਿਧਰੇ ਸਕਰੈਚ, ਜਰਾ ਜਿੰਨੀ ਠੋਕਰ ਇਤਿਆਦਿਕ ਕਿਸੇ ਚੀਜ਼ ਨੂੰ ਲੱਗ ਜਾਵੇ, ਸਾਨੂੰ ਉਹਦੀ ਕਿੰਨੀ ਚਿੰਤਾ ਹੁੰਦੀ। ਇਹੋ ਜਿਹੇ ਮੌਕੇ ਦੇ ਉੱਤੇ ਮੈਨੂੰ ਚੇਤਾ ਆ ਜਾਂਦਾ, ਇੱਕ ਵਾਰੀ ਕੋਈ ਬਹੁਤ ਵੱਡੇ ਮਹਾਂਪੁਰਸ਼ਾਂ ਦੇ ਨਾਲ ਮੈਂ ਕਿਧਰੇ ਕਥਾ ਕਰਨ ਵਾਸਤੇ ਜਾ ਰਿਹਾ ਸੀ, ਲੰਬੇ ਸਫ਼ਰ ਦੇ ਵਿੱਚ। ਉਹ ਮਹਾਂਪੁਰਸ਼ ਦੇ ਇੱਕ ਗੱਡੀ ਸੀ ਬਹੁਤ ਜ਼ਿਆਦਾ ਮਹਿੰਗੀ, ਕਰੋੜਾਂ ਰੁਪਇਆਂ ਦੀ ਗੱਡੀ ਹੋਣੀ। ਉਹ ਮਹਾਂਪੁਰਸ਼ ਆਪ ਤੇ ਗੱਡੀ ਦੇ ਪਿਛਲੇ ਪਾਸੇ ਬੈਠੇ ਸੀ ਅਤੇ ਮੈਂ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ। ਮੈਂ ਪਾਈ ਸੀ ਉੱਪਰ ਦੀ ਵੱਡੀ ਕਿਰਪਾਨ। ਵੱਡੀ ਮਤਲਬ ਉਹ ਨਹੀਂ ਜਿਹੜੀ ਨਿਹੰਗ ਸਿੰਘ ਪਾਉਂਦੇ 3 ਫੁੱਟ ਵਾਲੀ, ਭਾਵ ਨੋਰਮਲ ਕਿਰਪਾਨ ਪਾਈ ਸੀ ਮੈਂ ਉੱਤੋਂ ਦੀ। ਉਹ ਹੋਇਆ ਕੀ ਵੀ ਜਿਹੜੀ ਮੇਰੀ ਕਿਰਪਾਨ ਸੀ ਉਹ ਗੱਡੀ ਦੇ ਅੰਦਰਲੇ ਪਾਸੇ ਕਿਧਰੇ ਮਾੜਾ ਜਿਹਾ ਵੈਸੇ ਲੱਗ ਗਈ, ਸਪਰਸ਼ ਕਰ ਗਈ। ਸਪਰਸ਼ ਕਰਨ ਦਾ ਮਤਲਬ ਇਹ ਨਹੀਂ ਵੀ ਅੰਦਰ ਵਾਲਾ ਜਿਹੜਾ ਕੱਪੜਾ ਲੈਦਰ ਇਤਿਆਦਿਕ ਲੱਗਾ ਉਹ ਫਟ ਗਿਆ, ਨਹੀਂ। ਵੈਸੇ ਕਿਧਰੇ ਗੱਡੀ ਦੇ ਅੰਦਰਲੇ ਪਾਸੇ ਉਹਦੀ ਬੋਡੀ ਨੂੰ ਜਿਹੜੀ ਮੇਰੀ ਕਿਰਪਾਨ ਸੀ ਉਹ ਮਾੜਾ ਜਿਹਾ ਕਿਤੇ ਸਪਰਸ਼ ਕਰ ਗਈ। ਮਾੜੀ ਜਿਹੀ ਕਿਤੇ ਆਵਾਜ਼ ਆਈ ਗੱਡੀ ਦੇ ਵਿੱਚ। ਉਹ ਮਹਾਂਪੁਰਸ਼ਾਂ ਨੇ ਪਤਾ ਪਿੱਛੋਂ ਕੀ ਕਿਹਾ, ਭਾਈ ਸਾਹਿਬ ਕਿਰਪਾਨ ਤੁਸੀਂ ਥੋੜ੍ਹੀ ਜਿਹੀ ਆਪਣੇ ਅਗਲੇ ਪਾਸੇ ਕਰ ਲਓ, ਇਹ ਗੱਡੀ ਨੂੰ ਲੱਗਦੀ ਆ, ਕਿਧਰੇ ਸਕਰੈਚ ਨਾ ਪੈ ਜਾਵੇ, ਕਿਧਰੇ ਲੈਦਰ 'ਤੇ ਕਿਧਰੇ ਗੱਡੀ ਦੇ ਅੰਦਰ ਕੋਈ ਝਰੀਟ ਨਾ ਪੈ ਜਾਵੇ। ਮੈਂ ਬੜਾ ਹੈਰਾਨ ਵੀ ਗ੍ਰਸਤੀ ਲੋਕ ਤਾਂ ਇਸ ਤਰ੍ਹਾਂ ਦੀਆਂ ਚਿੰਤਾ ਫਿਕਰ ਕਰਨ, ਅਤੇ ਬਾਬਾ ਜੀ ਤੁਹਾਨੂੰ ਵੀ ਇੰਨੀ ਜ਼ਿਆਦਾ ਚਿੰਤਾ ਵੀ ਕਿਤੇ ਕਿਰਪਾਨ ਵੀ ਨਾ ਨਾਲ ਲੱਗ ਜਾਵੇ। ਰਹੋ ਵਿਚਾਰ। ਸਤਿਗੁਰੂ ਸਮਝਾਉਂਦੇ ਵੀ ਇਹ ਜਿਨ੍ਹਾਂ ਚੀਜ਼ਾਂ ਦੇ ਨਾਲ ਤੂੰ ਇੰਨਾ ਜ਼ਿਆਦਾ ਜੁੜ ਗਿਆ ਨਾ, ਇੰਨਾ ਜ਼ਿਆਦਾ ਜੁੜ ਗਿਆ, ਇਹਨਾਂ ਤੋਂ ਬਿਨਾਂ ਕਿਵੇਂ ਰਵੇਂਗਾ। ਕੱਲ੍ਹ ਨੂੰ ਇਹ ਚੀਜ਼ਾਂ ਵਸਤੂਆਂ ਤੇਰੇ ਕੋਲ ਨਾ ਰਹੀਆਂ, ਤੂੰ ਇਹਨਾਂ ਦੇ ਉੱਤੇ ਡਿਪੈਂਡ ਹੋ ਗਿਆ, ਇਹਨਾਂ 'ਤੇ ਨਿਰਭਰ ਹੋ ਗਿਆ। ਇਹਨਾਂ ਸਾਰੀਆਂ ਚੀਜ਼ਾਂ ਵਸਤੂਆਂ ਤੋਂ ਬਿਨਾਂ ਰਹਿਣਾ ਸਿੱਖ, ਇਕੱਲਾ ਰਹਿਣਾ ਸਿੱਖ। ਅਤੇ ਤੂੰ ਇਹ ਸਿੱਖ ਲਾ ਵੀ ਤੇਰੇ ਕੋਲ ਕੁਝ ਵੀ ਨਾ ਹੋਵੇ ਤਾਂ ਫਿਰ ਜ਼ਿੰਦਗੀ ਕਿਵੇਂ ਬਤੀਤ ਕਰੇਗਾ। ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕੋ ਕਹਾ ਕਰੇ। ਫਿਰ ਤੂੰ ਕੀ ਕਰ ਲਏਗਾ। ਸਤਿਗੁਰੂ ਸਮਝਾਉਂਦੇ ਨੇ
ਭਾਈ ਆਪਣੀਆਂ ਅੱਖਾਂ ਦੇ ਨਾਲ ਵੇਖ। ਇਹਦੇ ਵਿੱਚ ਜ਼ਿਕਰ ਆਇਆ ਇਹ ਸਾਰਾ ਸੰਸਾਰ ਜਿਹੜਾ ਨਾ ਇਹ ਹਰ ਚੰਦੌਰੀ ਆ, ਰਾਜਾ ਹਰੀਸ਼ ਚੰਦਰ ਦੀ ਨਗਰੀ ਵਾਂਗੂ। ਇਹ ਰਾਜਾ ਹਰੀਸ਼ ਚੰਦਰ ਦੀ ਨਗਰੀ ਕੀ ਹੁੰਦੀ ਆ? ਕਹਿੰਦੇ ਵੀ ਜਿਹੜਾ ਰਾਜਾ ਹਰੀ ਚੰਦ ਹੋਇਆ ਨਾ, ਸਮਝਾਉਣ ਵਾਸਤੇ ਇੱਕ ਸਾਖੀ ਆ। ਕਹਿੰਦੇ ਉਹ ਬਹੁਤ ਧਰਮਾਤਮਾ ਸੀ, ਬਹੁਤ ਰੱਬ ਦਾ ਪਿਆਰਾ ਸੀ। ਰਾਜਾ ਹਰੀ ਚੰਦ ਸੀ ਜਿਹੜਾ, ਉਹਨੇ ਬੜਾ ਨਾਮ ਜਪਿਆ, ਸਿਮਰਨ ਕੀਤਾ, ਰੱਬ ਦਾ ਪਿਆਰਾ ਮਹਾਤਮਾ ਬਣ ਗਿਆ। ਜਦੋਂ ਉਹਦਾ ਆਇਆ ਆਖਰੀ ਸਮਾਂ, ਉਹਨੇ ਜਾਣਾ ਸੀ ਜਦੋਂ ਰੱਬ ਜੀ ਦੇ ਕੋਲ, ਕਹਿ ਲਓ ਵੀ ਸਵਰਗਾਂ ਦੇ ਵਿੱਚ ਜਾਣਾ ਸੀ। ਰੱਬ ਜੀ ਨੇ ਕਿਹਾ ਵੀ ਚੱਲ ਤੇਰਾ ਸਮਾਂ ਪੂਰਾ ਹੋ ਗਿਆ, ਹੁਣ ਸੰਸਾਰ ਤੋਂ ਵਾਪਸ ਆ ਜਾ। ਉਹਨੇ ਕਿਹਾ ਜੀ ਨਹੀਂ, ਮੈਂ ਹੁਣ ਸੰਸਾਰ ਦੇ ਵਿੱਚੋਂ ਇਕੱਲਿਆਂ ਨਹੀਂ ਵਾਪਸ ਆਉਣਾ। ਜਿਹੜੇ ਲੋਕੀ ਮੇਰੀ ਸੰਗਤ ਕਰਦੇ ਰਹੇ ਨੇ, ਜਿਹੜੇ ਕਥਾ ਵਿਚਾਰ ਸੁਣਦੇ ਰਹੇ ਆ, ਜਿਹੜੇ ਮੇਰੇ ਪਿੰਡ ਦੇ ਲੋਕ ਆ, ਜਿਹੜੇ ਮੈਨੂੰ ਭੋਜਨ ਪ੍ਰਸ਼ਾਦਾ ਛਕਾਉਂਦੇ ਰਹੇ, ਮੇਰਾ ਇੰਨਾ ਮਾਣ ਸਤਿਕਾਰ ਕਰਦੇ ਰਹੇ ਆ, ਉਹਨਾਂ ਲੋਕਾਂ ਨੂੰ ਛੱਡ ਕੇ ਤੇ ਮੈਂ ਇਕੱਲਾ ਹੀ ਕਿਉਂ ਸਵਰਗਾਂ ਦੇ ਵਿੱਚ ਚਲਿਆ ਜਾਵਾਂ? ਮੈਂ ਤੇ ਰੱਬ ਜੀ ਸਾਰੇ ਪਿੰਡ ਨੂੰ ਹੀ ਆਪਣੇ ਨਾਲ ਖੜਨਾ, ਸਾਰੀ ਨਗਰੀ ਨੂੰ ਹੀ ਆਪਣੇ ਨਾਲ ਖੜਨਾ। ਰੱਬ ਜੀ ਕਹਿਣ ਲੱਗੇ ਵੀ ਠੀਕ ਆ, ਜਿਵੇਂ ਤੇਰੀ ਇੱਛਾ। ਉਹ ਜ਼ਿਕਰ ਆਉਂਦਾ ਜੀ ਮਿਥਿਹਾਸ ਦੇ ਵਿੱਚ, ਇਸ ਤਰ੍ਹਾਂ ਸਾਖੀ ਬਣੀ। ਕਹਿੰਦੇ ਵੀ ਰਾਜਾ ਹਰੀ ਚੰਦ ਦੀ ਸਾਰੀ ਜਿਹੜੀ ਨਗਰੀ ਆ, ਰਾਜਾ ਹਰੀ ਚੰਦ ਦਾ ਪੂਰਾ ਨਗਰ, ਪੂਰੇ ਦਾ ਪੂਰਾ ਜਿਹੜਾ ਪਿੰਡ ਸੀ ਨਾ, ਰਾਜਾ ਹਰੀ ਚੰਦ ਆਪਣਾ ਸਾਰਾ ਪਿੰਡ ਹੀ ਧਰਤੀ ਤੋਂ ਉਡਾ ਕੇ ਆਕਾਸ਼ ਵੱਲ ਨੂੰ ਲੈ ਗਿਆ। ਜਦੋਂ ਆਕਾਸ਼ ਵੱਲ ਨੂੰ ਲੈ ਕੇ, ਇਹ ਜਿਹੜੀ ਸਾਖੀ ਅੱਜ ਤੋਂ ਕਈ ਸਾਲ ਪਹਿਲਾਂ ਮੈਂ ਪੜ੍ਹੀ ਆ, 10 ਸਾਲ ਹੋ ਗਏ ਹੋਣੇ, ਜਦੋਂ ਮੈਂ ਖਡੂਰ ਸਾਹਿਬ ਕਥਾ ਕਰਦਾ ਹੁੰਦਾ ਸੀ, ਉਦੋਂ ਬੜੀ ਡਿਟੇਲ ਵਿੱਚ ਸਾਰਾ ਕੁਝ ਦੱਸਣਾ ਪੈਂਦਾ ਸੀ। ਅਤੇ ਉਹ ਜਿਹੜਾ ਰਾਜਾ, ਜਦੋਂ ਉਹਦੀ ਸਾਰੀ ਨਗਰੀ ਆਕਾਸ਼ ਵੱਲ ਨੂੰ ਉੱਡਦੀ ਜਾ ਰਹੀ ਸੀ, ਅਤੇ ਜਦੋਂ ਉਹ ਬੱਦਲਾਂ ਤੋਂ ਵੀ ਉੱਤੇ ਚਲਿਆ ਗਿਆ ਨਾ, ਉਹਦੇ ਮਨ ਵਿੱਚ ਖਿਆਲ ਆਇਆ, ਮੇਰੇ ਜਿੰਨਾ ਵੱਡਾ ਤਾਂ ਬੰਦਾ ਹੀ ਕੋਈ ਨਹੀਂ ਆ, ਮੇਰੇ ਜਿੰਨਾ ਵੱਡਾ ਵੀ ਕੋਈ ਮਹਾਂਪੁਰਸ਼ ਹੋ ਸਕਦਾ ਵਾ। ਅੱਜ ਤੱਕ ਇਹੋ ਜਿਹਾ ਕੰਮ ਤਾਂ ਕਿਸੇ ਨੇ ਕੀਤਾ ਹੀ ਨਹੀਂ। ਲੋਕੀ ਆਉਂਦੇ ਨੇ, ਨਾਮ ਜਪਾਉਂਦੇ ਆ, ਸਾਰਾ ਕਰਦੇ ਨੇ, ਪਰ ਕਦੇ ਇਸ ਤਰ੍ਹਾਂ ਥੋੜ੍ਹਾ ਹੋਇਆ। ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਹੋਇਆ ਕਿ ਸਾਰੇ ਦੀ ਸਾਰੀ ਜਿਹੜੀ ਨਗਰੀ ਆ, ਕੋਈ ਉਹਨੂੰ ਹੀ ਆਪਣੇ ਨਾਲ ਲੈ ਜਾਵੇ। ਇਹ ਕੰਮ ਤਾਂ ਸਿਰਫ ਮੈਂ ਹੀ ਕਰ ਰਿਹਾ ਹਾਂ, ਇਹ ਕੰਮ ਸਿਰਫ ਮੇਰੇ ਕੋਲੋਂ ਹੀ ਹੋ ਰਿਹਾ, ਹੋਰ ਕੋਈ ਵੀ ਬੰਦਾ ਇਹ ਕੰਮ ਕਰ ਨਹੀਂ ਸਕਦਾ। ਜਦੋਂ ਕਹਿੰਦੇ ਉਹਦੇ ਮਨ ਦੇ ਵਿੱਚ ਹੰਕਾਰ ਆਇਆ, ਅਤੇ ਉਹ ਸਾਰੀ ਦੀ ਸਾਰੀ ਨਗਰੀ ਜਿੱਥੇ ਬੱਦਲਾਂ ਤੋਂ ਵੀ ਉੱਤੇ ਪਹੁੰਚੀ ਸੀ, ਉੱਥੇ ਹੀ ਖਲੋ ਗਈ। ਉਹ ਨਾ ਥੱਲੇ ਆਈ ਅਤੇ ਨਾ ਉੱਪਰ, ਰੱਬ ਜੀ ਦੇ ਕੋਲ ਹੀ ਉੱਥੇ ਹੀ ਰਹਿ ਗਈ। ਅਤੇ ਉਹਦੇ ਇੱਕ ਭੁਲੇਖੇ ਜਿਹੇ ਪੈਂਦੇ ਆਕਾਸ਼ ਦੇ ਵਿੱਚ, ਜਿਵੇਂ ਆ ਲੋਕੀ ਆਕਾਸ਼ ਵੱਲ ਨੂੰ ਉੱਤੇ ਨੂੰ ਵੇਂਦੇ ਆ, ਅਤੇ ਕਦੇ ਕਦੇ ਕਹਿੰਦੇ ਨਹੀਂ ਵੀ ਜਿਹੜਾ ਉਹ ਚੰਦਰਮਾ, ਉਹਦੇ ਵਿੱਚ ਕੋਈ ਮਾਤਾ ਜਿਹੜੀ ਚਰਖਾ ਕੱਤਦੀ ਪਈ, ਇਸ ਤਰ੍ਹਾਂ ਲੋਕਾਂ ਦੇ ਮੰਨਣਾ ਵਾ। ਕਦੇ ਕਦੇ ਚੰਦਰਮਾ ਦੇ ਲਾਗੇ ਕੋਈ ਤਾਰਾ ਦਿਖਾਈ ਦਿੰਦਾ, ਕਦੇ ਜਿਹੜਾ ਧਰੂ ਤਾਰਾ ਦਿਖਾਈ ਦਿੰਦਾ, ਲੋਕ ਕਹਿੰਦੇ ਉਹ ਤਾਰਾ ਨਹੀਂ, ਉਹ ਤਾਂ ਧਰੂ ਭਗਤ ਹੋਇਆ ਵਾ। ਇਸ ਤਰ੍ਹਾਂ ਲੋਕਾਂ ਦੀ ਇੱਕ ਮਿੱਥ ਬਣ ਗਈ, ਇੱਕ ਵਿਚਾਰ ਬਣ ਗਿਆ ਵੀ ਉਹ ਰਾਜੇ ਨੇ ਕੀਤਾ ਹੰਕਾਰ, ਨਗਰੀ ਉਹਦੀ ਆਕਾਸ਼ 'ਚ ਹੀ ਰਹਿ ਗਈ। ਜਿਹੜੇ ਆਕਾਸ਼ ਵਿੱਚ ਜਾਣ ਵਾਲੇ ਨੇ, ਉਹਨਾਂ ਨੂੰ ਕਹਿੰਦੇ ਕਦੇ ਕਦੇ ਭੁਲੇਖਾ ਪੈਂਦਾ ਵੀ ਜਿਵੇਂ ਅੱਗੇ ਕੋਈ ਨਗਰੀ ਹੋਵੇ। ਗੁਰੂ ਸਾਹਿਬ ਸਮਝਾਉਂਦੇ ਵੀ ਜਿਵੇਂ ਰਾਜਾ ਹਰੀ ਚੰਦਰ ਦੀ ਨਗਰੀ ਆ ਨਾ, ਇੱਕ ਭੁਲੇਖਾ ਜਿਹਾ ਵਾ, ਇਸੇ ਤਰ੍ਹਾਂ ਹੀ ਜੋ ਕੁਝ ਤੂੰ ਮੰਨ ਕੇ ਬੈਠ ਗਿਆ, ਇਹ ਮੇਰਾ ਘਰ ਪਰਿਵਾਰ, ਜ਼ਮੀਨ ਜਾਇਦਾਦ, ਪ੍ਰੋਪਰਟੀ ਇਤਿਆਦਿ, ਇਹ ਸਾਰਾ ਕੁਝ ਵੀ ਤੇਰਾ ਇੱਕ ਪ੍ਰਕਾਰ ਦਾ ਭੁਲੇਖਾ ਜਿਹਾ ਹੀ ਆ। ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ ਚਾਰ ਭੋਰਾ। ਜਿਸ ਤਰ੍ਹਾਂ ਸਰੀਰ ਦੇ ਉੱਤੇ ਪਹਿਨੇ ਹੋਏ ਕੱਪੜੇ 2-4 ਦਿਹਾੜਿਆਂ ਵਿੱਚ ਭੁਰ ਜਾਂਦੇ ਹਨ, ਇਸੇ ਤਰ੍ਹਾਂ ਹੀ ਸਰੀਰ ਆ। ਬਸਤਰ ਦਾ ਅਰਥ ਕੱਪੜੇ, ਉਡਾਨੇ ਮਤਲਬ ਪਹਿਨੇ ਹੋਏ, ਪੁਰਾਹਾ ਭੁਰ ਜਾਂਦੇ ਨੇ। ਹੇ ਮਨ, ਇਹ ਜਗਤ ਪਸਾਰਾ ਇਉਂ ਹੀ ਹੈ ਜਿਵੇਂ ਸਰੀਰ ਉੱਤੇ ਪਹਿਨੇ ਹੋਏ ਕੱਪੜੇ 2-4 ਦਿਨਾਂ ਵਿੱਚ ਪੁਰਾਣੇ ਹੋ ਜਾਂਦੇ ਨੇ। 2-4 ਦਿਨ, ਇਹ ਇੱਕ ਨਾ ਮੁਹਾਵਰਾ ਵਾ, ਭਾਵ ਕੁਝ ਸਮੇਂ ਤੱਕ ਸਾਡੇ ਕੱਪੜੇ ਪੁਰਾਣੇ ਹੋ ਜਾਂਦੇ ਆ, ਅਤੇ ਉਹ ਜਿਹੜੇ ਜੀਰਨ ਹੋਣ ਲੱਗ ਜਾਂਦੇ ਨੇ, ਉਹਨਾਂ 'ਚ ਕਿਧਰੇ ਟੋਕਾਂ ਲੱਗਣ ਲੱਗ ਜਾਂਦੀਆਂ ਵਾ, ਅਤੇ ਕਮਜ਼ੋਰ ਹੋ ਜਾਂਦੇ ਆ, ਫਿਰ ਅਸੀਂ ਉਹਨਾਂ ਨੂੰ ਲਾ ਕੇ ਸੁੱਟ ਦਿੰਦੇ ਹਾਂ। ਸਤਿਗੁਰੂ ਸਮਝਾਉਂਦੇ ਸਾਰਾ ਇਹ ਪਸਾਰਾ ਇਸ ਤਰ੍ਹਾਂ ਹੀ ਆ, ਜਿਵੇਂ ਸਰੀਰ 'ਤੇ ਪਾਏ ਹੋਏ ਕੱਪੜੇ ਸਦਾ ਨਹੀਂ ਨਿਭਦੇ, ਪੁਰਾਣੇ ਹੋ ਜਾਂਦੇ ਆ, ਬਾਅਦ 'ਚ ਫਿਰ ਉਹ ਚੇਂਜ ਕਰਨੇ ਪੈਂਦੇ ਨੇ, ਫਿਰ ਨਵੇਂ ਕੱਪੜੇ ਪਾਉਣੇ ਪੈਂਦੇ ਨੇ। ਇਸੇ ਤਰ੍ਹਾਂ ਹੀ ਇਹ ਸਾਡਾ ਸਰੀਰ ਵੀ ਇੱਕ ਤਰ੍ਹਾਂ ਦਾ ਕੱਪੜਾ ਵਾ, ਜਿਹੜਾ ਆਤਮਾ ਨੇ ਪਾਇਆ ਹੋਇਆ ਵਾ। ਜਦੋਂ ਇਹ ਸਰੀਰ
ਕੱਪੜਾ ਪੁਰਾਣਾ ਹੋ ਜਾਂਦਾ ਵਾ, ਉਦੋਂ ਇਹ ਸਰੀਰ ਛੱਡਣਾ ਪੈਂਦਾ ਵਾ, ਇਹਦੇ ਵਿੱਚੋਂ ਆਤਮਾ ਨਿਕਲ ਜਾਂਦੀ ਆ ਅਤੇ ਉਹ ਨਵੇਂ ਕੱਪੜੇ ਪਾ ਲੈਂਦੀ ਆ, ਕੋਈ ਹੋਰ ਸਰੀਰ ਧਾਰਨ ਕਰ ਲੈਂਦੀ ਜਾਂ। ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ। ਕਿੰਨੇ ਚਿਰ ਤਾਈਂ ਆਦਮੀ ਕੰਧ ਉੱਤੇ ਭੱਜ ਸਕਦਾ, ਛੇਕੜ ਨੂੰ ਉਹ ਉਸ ਦੇ ਅਖੀਰ 'ਤੇ ਪੁੱਜ ਜਾਂਦਾ ਹੈ। ਭੀਤ ਦਾ ਅਰਥ ਹੁੰਦਾ ਕੰਧ, ਉੱਪਰੇ ਦਾ ਮਤਲਬ ਉੱਤੇ, ਕੇਤਕ ਕਿਤਨਾ ਕੁ, ਧਾਈਐ ਦੌੜ ਸਕੀਦਾ, ਅੰਤ ਆਖਰ, ਓਰਕ ਓੜਕ ਅਖੀਰਲਾ ਸਿਰਾ ਤੇ ਆਹ ਆ ਜਾਂਦਾ। ਹੇ ਮਨ, ਕੰਧ ਉੱਤੇ ਕਿੱਥੋਂ ਤੱਕ ਦੌੜ ਸਕੀਦਾ, ਆਖਰ ਉਸ ਦਾ ਅਖੀਰਲਾ ਸਿਰਾ ਆ ਹੀ ਜਾਂਦਾ। ਜ਼ਿੰਦਗੀ ਦੇ ਗਿਣੇ ਮਿਥੇ ਸਵਾਸ ਜ਼ਰੂਰ ਮੁੱਕ ਹੀ ਜਾਂਦੇ ਨੇ। ਜੇ ਕੋਈ ਬੰਦਾ ਕਹੇ ਵੀ ਮੈਂ ਕੰਧ ਦੇ ਉੱਤੇ ਤੁਰਿਆ ਜਾਵਾਂ, ਤੁਸੀਂ ਪੁੱਛੋਗੇ ਵੀ ਇਹ ਕੀ ਗੱਲ ਹੋਈ। ਮੈਂ ਸਾਧ ਸੰਗਤ ਜੀ ਕੰਧ ਦੇ ਉੱਤੇ ਤੁਰ ਕੇ ਵੇਖਿਆ। ਇੱਕ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੰਤ ਗਿਆਨੀ ਹਰਚੰਦ ਸਿੰਘ ਜੀ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਆ, ਉਹਦੇ ਵਿੱਚ ਮੈਂ ਇਲੈਕਟ੍ਰੋਨਿਕ ਦਾ ਕੋਰਸ ਕਰਦਾ ਸਾਂ। ਤਾਂ ਉਹ ਨਾ ਬਹੁਤ ਵੱਡੀ ਆ, ਬਹੁਤ ਵੱਡਾ ਏਰੀਆ, ਉਹਦੇ 'ਤੇ ਕਈ ਤਰ੍ਹਾਂ ਦੇ ਹੋਸਟਲ, ਕਈ ਤਰ੍ਹਾਂ ਦੇ ਕਾਲਜ ਇਤਿਆਦਿਕ ਨੇ। ਉਹਦੇ ਆਲੇ ਦੁਆਲੇ ਜਿਹੜੀ ਬਾਉਂਡਰੀ ਆ, ਜਿਹੜੀ ਕੰਧ ਆ, ਜਿਵੇਂ ਆਪਣੇ ਪਾਰਕ ਦੇ ਆਲੇ ਦੁਆਲੇ ਕੰਧ ਹੋਈ ਹੈ ਅਤੇ ਛੋਟੀ ਆ, ਉਹ ਬਹੁਤ ਲੰਬੀ ਆ। ਇੱਕ ਦਿਨ ਮੇਰੇ ਮਨ 'ਚ ਖਿਆਲ ਆਇਆ ਵੀ ਮੈਂ ਵੇਖਾਂ ਵੀ ਇਹ ਜਿਹੜੀ ਕੰਧ ਆ ਕਿਤੇ ਮੁੱਕਦੀ ਵੀ ਆ, ਵੀ ਕਿੰਨਾ ਕੁ ਏਰੀਆ ਇਹਨੇ ਕਵਰ ਕੀਤਾ ਵਾ। ਉਹ ਇਸ ਤਰ੍ਹਾਂ ਦੀ ਛੋਟੀ ਕੰਧ ਆ। ਅਤੇ ਇਹ ਗੱਲ ਲਗਭਗ ਸੰਨ 1998 ਦੀ ਆ। ਉਹ ਕੰਧ ਦੇ ਉੱਤੇ ਮੈਂ ਜਿਉਂ ਤੁਰਨ ਲੱਗਾ ਮੈਨੂੰ ਲੱਗਦਾ ਵਾ 1.5 ਘੰਟਾ ਲੱਗ ਗਿਆ ਹੋਣਾ। ਮੈਂ ਹੌਲੀ ਤੁਰਿਆ ਗਿਆ, ਨਾਲੇ ਮੈਂ ਵੇਖੀ ਗਿਆ ਵੀ ਇਹ ਆਲੇ ਦੁਆਲੇ ਕਿਵੇਂ ਦਾ ਵਾਤਾਵਰਨ ਆ, ਪੈਲੀਆਂ ਕੀ ਕੁਛ ਆ। ਉਹ ਲੰਬੀ ਕੰਧ, ਇੰਨਾ ਜ਼ਿਆਦਾ ਤੁਰ ਕੇ ਆਖਰ ਉਹ ਵੀ ਜਿਹੜੀ ਕੰਧ ਸੀ ਮੁੱਕ ਗਈ। ਇਹ ਨਹੀਂ ਵੀ ਕੋਈ ਇਹੋ ਜਿਹੀ ਕੰਧ ਹੋਵੇ ਪਰ ਜਿਹਦੇ 'ਤੇ ਬੰਦਾ ਤੁਰੇ ਅਤੇ ਉਹ ਕੰਧ ਮੁੱਕੇ ਹੀ ਨਾ, ਕੰਧ ਮੁੱਕ ਹੀ ਜਾਂਦੀ ਆ। ਇਸੇ ਤਰ੍ਹਾਂ ਸਾਡੀ ਜ਼ਿੰਦਗੀ, ਇਸੇ ਤਰ੍ਹਾਂ ਸਾਡੇ ਸਵਾਸ ਨੇ, ਕਿੰਨੇ ਕੁ ਲੈ ਸਕਦੇ ਆ, ਇਹ ਆਖਰ ਨੂੰ ਮੁੱਕ ਹੀ ਜਾਣੇ ਨੇ, ਇਹ ਖਤਮ ਹੋ ਹੀ ਜਾਣੇ ਆ। ਹੇ ਮਨ, ਕੰਧ ਉੱਤੇ ਕਿੱਥੋਂ ਤੱਕ ਦੌੜ ਸਕੀਦਾ, ਆਖਰ ਉਸ ਦਾ ਅਖੀਰਲਾ ਸਿਰਾ ਆ ਹੀ ਜਾਂਦਾ ਹੈ। ਜ਼ਿੰਦਗੀ ਦੇ ਗਿਣੇ ਮਿਥੇ ਸਵਾਸ ਜ਼ਰੂਰ ਮੁੱਕ ਹੀ ਜਾਂਦੇ ਹਨ, ਪਰ ਇਹ ਨਹੀਂ ਪਤਾ ਕਦੋਂ ਮੁੱਕ ਜਾਣੇ ਆ। ਕੰਧ ਤੇ ਤਾਂ ਵੀ ਅੱਗੇ ਦਿਸਦੀ ਆ ਨਾ ਵੀ ਇੰਨੀ ਕੁ ਰਹਿ ਗਈ ਆ, ਉਹ ਤੇ ਤਾਂ ਵੀ ਦਿਸਦੀ ਆ। ਪਾਰਕ ਦੇ ਜਦੋਂ ਚੱਕਰ ਲਾਈਦੇ ਤਾਂ ਵੀ ਦਿਸਦਾ ਵੀ ਜਿਹੜਾ ਵਾਕਿੰਗ ਟਰੈਕ ਆ ਕਿੰਨਾ ਕੁ ਰਹਿ ਗਿਆ, ਉਹ ਦਿਸਦਾ ਸਾਹਮਣੇ। ਪਰ ਜ਼ਿੰਦਗੀ 'ਤੇ ਵੀ ਨਹੀਂ ਦਿਸਦੀ ਵੀ ਅਜੇ 10 ਸਾਲ ਪਈ ਆ, 5 ਆ, ਮਹੀਨਾ ਕੁ ਪਈ ਆ ਕਿ ਕੁਝ ਕੁ ਦਿਨ ਰਹਿ ਗਈ ਆ। ਜ਼ਿੰਦਗੀ ਦਾ ਤੇ ਵੀ ਨਹੀਂ ਪਤਾ ਲੱਗਦਾ। ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ। ਅੰਬ ਦਾ ਅਰਥ ਹੁੰਦਾ ਜੀ ਪਾਣੀ, ਅੰਬਸ ਪਾਣੀ। ਕੁੰਡ ਦਾ ਅਰਥ ਹੁੰਦਾ ਹੌਜ਼, ਪਰਤ ਪੈਂਦਾ ਹੈ, ਸਿੰਧ ਲੂਣ। ਹੇ ਮਨ, ਇਹ ਉਮਰ ਇਉਂ ਹੀ ਹੈ ਜਿਵੇਂ ਪਾਣੀ ਦਾ ਹੌਂਜਾ ਬਣਾ ਰੱਖਿਆ ਹੋਵੇ ਅਤੇ ਲੂਣ ਉਸ ਵਿੱਚ ਪੈਂਦਿਆਂ ਹੀ ਗਲ ਜਾਂਦਾ। ਪਾਣੀ ਦਾ ਚਬੱਚਾ ਜਿਵੇਂ ਬਣਾਇਆ ਹੁੰਦਾ ਨਾ, ਬੰਬੀਆਂ ਦੇ ਜਿਹੜੇ ਚਬੱਚੇ ਆ, ਅਤੇ ਉਹਦੇ ਵਿੱਚ ਜੇ ਲੂਣ ਸੁੱਟ ਦਈਏ ਉਸੇ ਵੇਲੇ ਖੁਰ ਜਾਂਦਾ, ਉਹਨੇ ਮੁੜ ਕੇ ਲੱਭਦਾ, ਵਿੱਚੋਂ ਕੱਢਿਆ ਨਹੀਂ ਜਾ ਸਕਦਾ ਉਹ ਨਮਕ। ਇਹ ਉਮਰ ਵੀ ਤੇਰੀ ਇਸੇ ਤਰ੍ਹਾਂ ਹੀ ਆ, ਇਹ ਦੁਬਾਰਾ ਉਹ ਵਾਪਸ ਨਹੀਂ ਲਿਆਈ ਜਾਣੀ। ਜਿਹੜੇ ਸਵਾਸ ਖਤਮ ਹੋ ਗਏ ਬਸ। ਆਵਗ ਆਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੋਹਤ ਚਸਾਹਾ। ਆਵਗ ਆਵੇਗੀ, ਜਾਸੀ ਚਲਾ ਜਾਏਗਾ, ਮੋਹਤ ਮੁਹੂਰਤ 2 ਘੜੀਆਂ, ਚਸਾ ਪਲ ਦਾ ਤੀਜਾ ਹਿੱਸਾ। ਹੇ ਮਨ, ਜਦੋਂ ਜਿਸ ਪਰਮਾਤਮਾ ਦਾ ਹੁਕਮ ਸੱਦਾ ਆਵੇਗਾ ਉਹ ਉਸ ਵੇਲੇ ਉੱਠ ਕੇ ਤੁਰ ਪਏਗਾ। ਰੇ ਮਨ, ਲੇਖੈ ਚਾਲੈ ਲੇਖੈ ਬੈਸੈ ਲੇਖੈ ਲੈਂਦਾ ਸਾਹਾ। ਹੇ ਮੇਰੇ ਮਨ, ਤੂੰ ਆਪਣੇ ਗਿਣੇ ਮਿਥੇ ਮਿਲੇ ਸਵਾਸਾਂ ਦੇ ਅੰਦਰ ਹੀ ਜਗਤ ਵਿੱਚ ਤੁਰਿਆ ਫਿਰਦਾ ਹੈ ਅਤੇ ਬੈਠਦਾ ਹੈ। ਗਿਣੇ ਮਿਥੇ ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈ, ਇਹ ਆਖਰ ਮੁੱਕ ਜਾਣੇ ਹਨ। ਸਦਾ ਕੀਰਤ ਕਰ ਨਾਨਕ ਹਰ ਕੀ, ਉਬਰੇ ਸਤਿਗੁਰ ਚਰਨ ਉਟਾਹਾ। ਹੇ ਨਾਨਕ, ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੋ। ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਨੇ ਅਤੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਹ ਮਾਇਆ ਦੇ ਮੋਹ ਵਿੱਚ ਫਸਣੋਂ ਬਚ ਜਾਂਦੇ ਹਨ। ਤਾਂ ਕਰਕੇ ਜਿੰਨੇ ਕੁ ਸਵਾਸ ਮਿਲੇ ਨੇ ਨਾ, ਇਹਨਾਂ ਨੂੰ ਬਸ ਕਿਸੇ ਚੰਗੇ ਕੰਮ ਦੇ ਵਿੱਚ ਖਰਚ ਲੈ।
ਇਹਨਾਂ ਨੂੰ ਕਿਸੇ ਚੰਗੇ ਕੰਮ ਦੇ ਵਿੱਚ ਖਰਚ ਲੈ। ਜਦੋਂ ਸਾਡੇ ਕੋਲ ਬੈਲੈਂਸ ਹੋਵੇ ਥੋੜ੍ਹਾ, ਉਦੋਂ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਵੀ ਪੈਸੇ ਸਾਡੇ ਕੋਲ ਇੰਨੇ ਕੀ ਨੇ। ਜਿਵੇਂ ਆ ਜਦੋਂ ਪਿੱਛੇ ਲੋਕਡਾਊਨ ਹੋਇਆ ਰਿਹਾ 2 ਕੁ ਮਹੀਨੇ, ਉਦੋਂ ਆਪਾਂ ਸਾਰਿਆਂ ਨੇ ਸੋਚਿਆ ਵੀ ਮੇਰੇ ਕੋਲ ਜਿਹੜੇ ਆ ਕੈਸ਼ ਮਨੀ ਕਿੰਨੀ ਆ, ਸਾਡੇ ਘਰ ਵਿੱਚ ਪੈਸੇ ਕਿੰਨੇ ਨੇ, ਉਹਦੇ ਨਾਲ ਅਸੀਂ ਮੈਨੇਜ ਕਰਨਾ ਵਾ ਵੀ ਇਹ ਜਿਹੜੇ ਮਹੀਨੇ ਉਹਨਾਂ ਪੈਸਿਆਂ ਨਾਲ ਪਤਾ ਨਹੀਂ ਕਦੋਂ ਮੁੜ ਕੇ ATMਾਂ 'ਚੋਂ ਪੈਸੇ ਨਿਕਲਣੇ ਬੰਦ ਹੋ ਜਾਣ। ਇਸ ਤਰ੍ਹਾਂ ਸਾਰੇ ਲੋਕ ਸੋਚਦੇ ਸੀ ਵੀ ਮੁੜ ਕੇ ਦੁਕਾਨਾਂ ਤੋਂ ਪਤਾ ਨਾ ਸੌਦਾ ਮਿਲਿਆ ਕਰੇ ਕਿ ਨਾ ਮਿਲਿਆ ਕਰੇ। ਇਕੱਠੀਆਂ ਚੀਜ਼ਾਂ ਘਰ 'ਚ ਇਕੱਠੀਆਂ ਕਰਕੇ ਰੱਖ ਲਓ। ਪੈਸੇ ਤੁਹਾਡੇ ਕੋਲ ਜਿਹੜਾ ਕੈਸ਼ ਆ ਉਹ ਕਿੰਨਾ ਕੁ ਹੋਵੇ ਤਾਂ ਕਿ ਤੁਹਾਡੇ 2-4 ਮਹੀਨੇ ਸੌਖੇ ਲੰਘ ਸਕਣ। ਜਦੋਂ ਬੈਲੈਂਸ ਹੋਵੇ ਥੋੜ੍ਹਾ, ਉਦੋਂ ਬੜੇ ਧਿਆਨ ਦੇ ਨਾਲ ਚੱਲਣਾ ਪੈਂਦਾ ਵੀ ਮੈਂ ਕੋਈ ਫਜ਼ੂਲ ਖਰਚੀ ਨਹੀਂ ਕਰਨੀ, ਆਉਣ ਵਾਲੇ ਸਮੇਂ ਦਾ ਪਤਾ ਕੋਈ ਨਹੀਂ। ਇਸੇ ਤਰ੍ਹਾਂ ਜਿਹੜੇ ਤੇਰੇ ਸਵਾਸ ਨੇ ਇਹਨਾਂ ਨੂੰ ਐਵੇਂ ਨਾ ਵਿਅਰਥ ਗਵਾਇਆ ਕਰ, ਇਹਨਾਂ ਨਾਲ ਚੰਗੇ ਕੰਮ ਕਰਿਆ ਕਰ, ਇਹਨਾਂ ਨਾਲ ਗੁਰੂ ਜੀ ਦੀ ਬਾਣੀ ਪੜ੍ਹਿਆ ਕਰ, ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਸਹਿਜ ਪਾਠ ਰੋਜ਼ ਸੁਣਿਆ ਕਰ। ਇਸ ਤਰ੍ਹਾਂ ਦੀ ਅਸੀਂ ਰੂਟੀਨ ਬਣਾਈਏ। ਇਹ ਸਾਧ ਸੰਗਤ ਜੀ ਅੱਜ ਸਹਿਜ ਪਾਠ ਵਿੱਚੋਂ ਜਿਹੜਾ ਸ਼ਬਦ ਆ ਇਹ ਬੜਾ ਮੈਨੂੰ ਵਧੀਆ ਲੱਗਿਆ। ਸ਼ਬਦ ਤੇ ਹੋਰ ਵੀ ਸਾਰੇ ਬੜੇ ਵਧੀਆ ਇਹਦੇ ਨਾਲ ਦੇ ਰਲਦੇ ਮਿਲਦੇ ਨੇ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਪਰ ਉਹ ਸਾਰੇ ਸ਼ਬਦਾਂ ਦੀ ਵਿਆਖਿਆ ਕਰੀਏ ਤੇ ਫਿਰ ਜ਼ਿਆਦਾ ਲੰਬਾ ਸਮਾਂ ਲੱਗ ਜਾਂਦਾ। ਵੈਸੇ ਕਿਸੇ ਕੋਲ ਸਮਾਂ ਹੋਵੇ, ਕਿਸੇ ਗੁਰੂ ਪਿਆਰੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਸੁਣਨੀ ਹੋਵੇ ਤੇ ਉਹ ਆਲਰੇਡੀ ਪਹਿਲਾਂ ਕਰਕੇ ਮੈਂ ਤੇ ਨੈੱਟ ਦੇ ਉੱਤੇ ਅਪਲੋਡ ਕੀਤੀ ਹੋਈ ਆ, ਜਿਹੜੀ ਤੁਸੀਂ ਸੁਣ ਸਕਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਬਲ ਉਦਮ ਬਖਸ਼ਿਸ਼ ਕਰਨ, ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਅਤੇ ਅਸੀਂ ਸਾਧ ਸੰਗਤ ਜੀ ਵਿਚਾਰਦੇ ਰਹੀਏ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ, ਭੁੱਲਾਂ ਗਲਤੀਆਂ ਦੀ ਮੁਆਫੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ